ਅੱਜ ਚੰਡੀਗੜ੍ਹ 'ਚ ਕਾਂਗਰਸ ਵਿਧਾਇਕ ਦਲ ਦੀ ਮੀਟਿੰਗ ਸੀਐਲਪੀ ਲੀਡਰ ਬਣਨ ਤੋਂ ਬਾਅਦ ਪ੍ਰਤਾਪ ਬਾਜਵਾ ਦੀ ਪਹਿਲੀ ਬੈਠਕ ਵਿਧਾਨ ਸਭਾ ਦੇ ਬਜਟ ਸੈਸ਼ਨ ਨੂੰ ਲੈ ਕੇ ਹੋਏਗੀ ਚਰਚਾ। ਤੇਜਿੰਦਰਪਾਲ ਬੱਗਾ ਦਾ ਵੱਡਾ ਇਲਜ਼ਾਮ, ਕਿਹਾ ਪੰਜਾਬ ਪੁਲਿਸ ਨੇ ਮੈਨੂੰ ਅੱਤਵਾਦੀ ਦੀ ਤਰ੍ਹਾਂ ਕੀਤਾ ਗਿਰਫਤਾਰ। ਕੇਜਰੀਵਾਲ ਨੂੰ ਵੀ ਦਿੱਤੀ ਚੁਣੌਤੀ, ਬੋਲੇ ਅਜਿਹੀਆਂ 100 FIR ਤੋਂ ਵੀ ਡਰਨ ਵਾਲਾ ਨਹੀਂ, ਮੇਰੀ ਲੜਾਈ ਜਾਰੀ ਰਹੇਗੀ। ਬੱਗਾ ਦੇ ਮਾਮਲੇ ਨੂੰ ਲੈ ਕੇ ਭਾਜਪਾ ਹਮਲਾਵਰ, ਗ੍ਰਿਫਤਾਰ ਕਰਨ ਆਏ ਡੀਐਸਪੀ ਕੁਲਜਿੰਦਰ ਤੇ ਲਗਾਏ ਗੰਭੀਰ ਇਲਜ਼ਾਮ। ਸਿਰਸਾ ਬੋਲੇ ਡੀਐਸਪੀ ਦੇ ਭੋਲਾ ਡਰੱਗ ਕੇਸ ਦੇ ਮੁਲਜ਼ਮ ਬਰਖਾਸਤ ਤੇ ASI ਨਾਲ ਨੇ ਸਬੰਧ। ਹਰਿਆਣਾ 'ਚ ਪੰਜਾਬ ਪੁਲਿਸ ਦੇ ਅਧਿਕਾਰੀ ਰੋਕੇ ਜਾਣ ਦੇ ਮਾਮਲੇ ਤੇ ਥੋੜੀ ਦੇਰ 'ਚ ਹੋਏਗੀ ਹਾਈਕੋਰਟ 'ਚ ਸੁਣਵਾਈ। ਦਿੱਲੀ ਤੇ ਹਰਿਆਣਾ ਨੇ ਦਾਖਲ ਕੀਤੇ ਹਲਫਨਾਮੇ। ਕੱਲ ਬੱਗਾ ਨੂੰ ਹਰਿਆਣਾ 'ਚ ਰੱਖਣ ਦੀ ਪੰਜਾਬ ਸਰਕਾਰ ਦੀ ਅਪੀਲ ਹੋਈ ਸੀ ਖਾਰਜ। ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦਾ ਵੱਡਾ ਬਿਆਨ, ਬੋਲੇ ਜਦੋਂ ਤੱਕ ਮੈਂ ਕਾਂਗਰਸ ਦਾ ਪ੍ਰਧਾਨ ਉਦੋਂ ਤੱਕ ਕੈਪਟਨ ਤੇ ਪਰਨੀਤ ਕੌਰ ਨਹੀਂ ਰਹਿਣਗੇ ਕਾਂਗਰਸੀ, ਜਾਂ ਤਾਂ ਉਹ ਰਹਿਣਗੇ ਜਾਂ ਫਿਰ ਮੈਂ। ਇਸ ਵਾਰ ਇਕੱਠਿਆਂ ਨਹੀਂ, ਪੜਾਅਵਾਰ ਤਰੀਕੇ ਨਾਲ ਹੋਏਗੀ ਝੋਨੇ ਦੀ ਬਿਜਾਈ। 18 ਜੂਨ ਤੋਂ ਝੋਨਾ ਲਾ ਸਕਣਗੇ ਕਿਸਾਨ, 20 ਮਈ ਤੋਂ ਸਿੱਧੀ ਬਿਜਾਈ ਨੂੰ ਪ੍ਰਵਾਨਗੀ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਵੱਡਾ ਇਲਜ਼ਾਮ, ਸਾਡੀ ਨਸਲ ਨੂੰ ਕੀਤਾ ਜਾ ਰਿਹਾ ਖਤਮ। ਪੰਜਾਬ 'ਚ ਵੱਧ ਰਿਹਾ ਟੈਸਟ ਟਿਊਬ ਬੇਬੀ ਕਲਚਰ, ਲੜਕੀਆਂ ਪੰਜਾਬ ਦੀਆਂ ਤੇ ਸੀਮਨ ਗੈਰ ਪੰਜਾਬੀਆਂ ਦਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਨਾਲ HS ਫੂਲਕਾ ਦੀ ਮੁਲਾਕਾਤ, ਕਈ ਅਹਿਮ ਮਸਲਿਆਂ ਤੇ ਹੋਈ ਚਰਚਾ। ਪੰਜਾਬ ਦੀ ਬੰਜਰ ਜ਼ਮੀਨ ਦਾ ਵੀ ਚੁੱਕਿਆ ਮੁੱਦਾ। ਗੁਰਦਾਸਪੁਰ 'ਚ ਖੋਖੇ ਤੋੜਨ ਦਾ ਮੁੱਦਾ ਗਰਮਾਇਆ, ਖੋਖੇ ਵਾਲਿਆਂ ਦੇ ਹੱਕ 'ਚ ਆਏ ਕਾਂਗਰਸ ਵਿਧਾਇਕ ਬਰਿੰਦਰਮੀਤ ਪਾੜਾ, ਪੂਰੀ ਰਾਤ ਲਗਾਇਆ ਧਰਨਾ। ਪਟਿਆਲਾ ਬੱਸ ਸਟੈਂਡ ਤੇ ਦੇਰ ਰਾਤ ਹੋਇਆ ਹੰਗਾਮਾ, PRTC ਦੇ ਡਰਾਈਵਰ ਤੇ ਕੰਡਕਟਰ ਦੀ ਪੁਲਿਸ ਮੁਲਾਜ਼ਮ ਨਾਲ ਹੱਥੋਂ ਪਾਈ। ਸ਼ਰਾਬ ਦੇ ਨਸ਼ੇ 'ਚ ਗਾਲਾਂ ਕੱਢਣ ਦਾ ਲਗਾਇਆ ਇਲਜ਼ਾਮ। LPG ਸਿਲੰਡਰ ਦੇ ਫਿਰ ਵਧੇ ਰੇਟ, ਘਰੇਲੂ ਗੈਸ ਸਿਲੰਡਰ ਦੀਆਂ ਕੀਮਤਾਂ 'ਚ 50 ਰੁਪਏ ਦਾ ਵਾਧਾ, 999.50 ਰੁਪਏ ਹੋਈ ਕੀਮਤ। ਚੰਡੀਗੜ੍ਹ ਯੂਨੀਵਰਸਿਟੀ 'ਚ ਹੋ ਰਹੀ ਇੰਟਰਨੈਸ਼ਨਲ ਕਾਨਫਰੰਸ, ਉਪ ਰਾਸ਼ਟਰਪਤੀ ਵੈਂਕਈਆ ਨਾਇਡੂ ਮੁੱਖ ਮਹਿਮਾਨ ਦੇ ਤੌਰ ਤੇ ਹੋਏ ਸ਼ਾਮਿਲ। सत श्री अकाल, मैं अर्शदीप संधू, न्यूज़ 18 पंजाब हरियाणा हिमाचल देख रहे दर्शकों का स्वागत है। शुरुआत करते हैं एक बड़ी खबर दे नाल। अकाल तख्त साहिब के जथेदार दे नाल HS फूलका ने मुलाकात की है, कई अहम मसलियां ते चर्चा हुई है। पंजाब की बंजर जमीन का भी HS फूलका ने मुद्दा चुक्या है। किसानों को जैविक खेती के लिए प्रेरित करने की मांग की है, जमीन को बंजर होने तो बचाने लई कदम चुकण की मांग की है। HS फूलका ने जथेदार दे नाल मुलाकात की है। अकाल तख्त के जथेदार ज्ञानी हरप्रीत सिंह दे नाल मुलाकात की है। इस मुलाकात दे विच पंजाब की बंजर हो रही जमीन का मसला चुक्या है। किसानों को जैविक खेती के लिए प्रेरित करने की मांग की है, जमीन को बंजर होने तो बचाने लई कदम चुकण की मांग की है। जथेदार साहब अकाल तख्त साहब नूं बेनती करने वास्ते आए सी कि पंजाब दे विच जो पंजाब दी जमीन के बंजर होने दे हालात बने हुए आ, जो झोने दी बिजाई कद्दू करके करते हैं। कई माहरां ने यह कहा कि 25 साल विच ये जमीन दा पानी खत्म हो जाएगा तो जमीन बंजर होने दे पासे नूं जाएगी, ते जमीन नूं बंजर होनों बचाया जाए। भी ये सिर्फ सरकारां दे नहीं बल्कि धार्मिक संस्थावां दे ये ज़्यादा जिम्मेवारी बनती आ कि ये जो संगत नूं ते किसानां नूं इहदे बारे प्रेरिया जाए कि जिहड़े होर विकल्प ने उन्हां नूं अपनाया जाए। ते उहदे चों एक बहुत ही वधिया जिहड़ा विकल्प है वो डॉक्टर अवतार सिंह जी ने जो ये तरीका निकालिया, जो विधि निकाली आ, वो ASR की विधि, ਜਿਹਦੇ ਨਾਲ ਇਹ ਝਾੜ ਝੋਨੇ ਦਾ ਕੱਦੂ ਜਿੰਨਾ ਹੀ ਆਉਂਦਾ ਤੇ ਨਾਲੇ 10 ਤੋਂ 12,000 ਰੁਪਈਆ ਇੱਕ ਕਿੱਲੇ ਚੋਂ ਉਹ ਬਚਤ ਹੁੰਦੀ ਆ। उधर जथेदार दे वल्लों गंभीर इल्जाम लगाए गए ने। जथेदार ज्ञानी हरप्रीत सिंह ने इल्जाम लगाए ने कि सानू उजाड़न दी साजिश रची जा रही है, ना साडियां फसलां छड्डियां ते ना साडियां नस्लां।
ਪੰਜਾਬ 'ਚ ਟੈਸਟ ਟਿਊਬ ਬੇਬੀ ਕਲਚਰ ਵੱਧ ਰਿਹਾ ਹੈ। ਲੜਕੀਆਂ ਪੰਜਾਬ ਦੀਆਂ ਨੇ, ਸੀਮਨ ਗੈਰ ਪੰਜਾਬੀਆਂ ਦਾ ਨੇ। ਸਾਡੀਆਂ ਨਸਲਾਂ ਬਰਬਾਦ ਕੀਤੀਆਂ ਜਾ ਰਹੀਆਂ ਨੇ। ਗੰਭੀਰ ਇਲਜ਼ਾਮ ਲਗਾਏ ਨੇ ਅਕਾਲ ਤਖਤ ਦੇ ਜਥੇਦਾਰ ਨੇ। ਗਿਆਨੀ ਹਰਪ੍ਰੀਤ ਸਿੰਘ ਨੇ ਗੰਭੀਰ ਇਲਜ਼ਾਮ ਲਗਾਏ ਨੇ ਕਿ ਸਾਨੂੰ ਉਜਾੜਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ। ਨਾ ਫਸਲਾਂ ਛੱਡੀਆਂ, ਨਾ ਨਸਲਾਂ। ਇਹ ਜਿਹੜੀ ਧਰਤੀ ਹੈ ਇਹ ਸਾਡੇ ਰਾਹੀਂ ਬਰਬਾਦ ਕਰ ਦਿੱਤੀ ਗਈ ਹੈ ਸਟੇਟ ਨੇ, ਔਰ ਬਰਬਾਦ ਇਸ ਕਰਕੇ ਕੀਤੀ ਹੈ ਤਾਂ ਕਿ ਅਸੀਂ ਇਸ ਧਰਤੀ ਨੂੰ ਛੱਡ ਕੇ ਫਿਰ ਚਲੇ ਜਾਈਏ ਵੀ ਇਹ ਬਰਬਾਦ ਹੋ ਗਈ, ਹੁਣ ਅਸੀਂ ਚੱਲੇ ਹਾਂ ਤੇ ਫਿਰ ਅਸੀਂ ਇਸ ਧਰਤੀ ਦੇ ਵਾਰਸ ਬਣ ਜਾਈਏ। ਕਿੰਨੀ ਬਰਬਾਦ ਕਰਤੀ ਹੈ। ਇੱਥੇ ਫਸਲਾਂ ਵੀ ਖਰਾਬ ਹੋ ਗਈਆਂ, ਨਸਲਾਂ ਵੀ ਖਰਾਬ ਹੋ ਗਈਆਂ। ਜਿਹੜੀਆਂ ਫਸਲਾਂ ਅੱਜ ਸਾਨੂੰ ਇਸ ਧਰਤੀ ਦੇ ਉੱਤੇ ਪੈਦਾ ਹੁੰਦੀਆਂ ਦਿਖ ਰਹੀਆਂ, ਇਹ ਫਸਲਾਂ ਬੀਜ ਰਾਹੀਂ ਨਹੀਂ ਪੈਦਾ ਹੋ ਰਹੀਆਂ, ਇਹ ਧਰਤੀ ਨਾਲ ਬਲਾਤਕਾਰ ਕਰਕੇ ਪੈਦਾ ਹੋ ਰਹੀਆਂ। ਹਰਿਆਣੇ ਦੇ ਅੰਕੜਿਆਂ ਦਾ ਤਾਂ ਮੈਨੂੰ ਨਹੀਂ ਪਤਾ, ਪਰ ਪੰਜਾਬ ਦੇ ਵਿੱਚ 625 ਅਜਿਹੇ ਸੈਂਟਰ ਖੁੱਲ੍ਹ ਚੁੱਕੇ ਹੈ ਜਿੱਥੇ ਟੈਸਟ ਟਿਊਬ ਬੇਬੀ ਰਾਹੀਂ ਬੱਚਿਆਂ ਦੇ ਜਨਮ ਹੋ ਰਹੇ ਆ। ਲੜਕੀਆਂ ਸਾਡੀਆਂ ਪੰਜਾਬ ਦੀਆਂ, ਲੇਕਿਨ ਸੀਮਨ ਜਿਹੜਾ ਆ ਰਿਹਾ ਉਹ ਗੈਰ ਪੰਜਾਬੀਆਂ ਦਾ ਆ ਰਿਹਾ। ਕਿਉਂ? ਕਦੇ ਅਸੀਂ ਸਿਰ ਜੋੜ ਕੇ ਬੈਠ ਕੇ ਇਸ ਤਰ੍ਹਾਂ ਚਿੰਤਨ ਕਰਨ ਦਾ ਸੁਭਾਗਾ ਸਮਾਂ ਹੀ ਨਹੀਂ ਜਿਹੜਾ ਹੈ ਉਹ ਪ੍ਰਾਪਤ ਕੀਤਾ। ਔਰ ਇਹ ਸੋਚਣ ਵਾਲੀ ਗੱਲ ਹੈ ਕਿ ਸਾਡੀਆਂ ਫਸਲਾਂ ਵੀ ਔਰ ਸਾਡੀਆਂ ਨਸਲਾਂ ਵੀ ਇਸ ਧਰਤੀ ਤੋਂ ਉਜਾੜੀਆਂ ਜਾ ਰਹੀਆਂ ਨੇ। ਇਹ ਜਿਹੜੀ ਧਰਤੀ ਹੈ ਇਹ ਸਾਡੇ ਰਾਹੀਂ ਬਰਬਾਦ ਕਰ ਦਿੱਤੀ ਗਈ ਹੈ ਸਟੇਟ ਨੇ। ਤੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਜਾ ਰਹੀ ਹੈ। ਕੀ ਕੁਝ ਕਹਿ ਰਹੇ ਨੇ, ਸੁਣਦੇ ਹਾਂ। ਬਾਬਾ ਸਾਹਿਬ ਦੇ ਬਣਾਏ ਹੋਏ ਸੰਵਿਧਾਨ ਦੀਆਂ ਸੱਤਾ ਚਾਕ ਕੇ ਜਿਸ ਤਰੀਕੇ ਨਾਲ ਇਹਨੇ ਧੱਜੀਆਂ ਉਡਾਈਆਂ, ਇਹ ਦੇਸ਼ ਦੇ ਵਾਸਤੇ, ਦੇਸ਼ ਦੇ ਸੰਵਿਧਾਨ ਵਾਸਤੇ ਸ਼ਰਮਨਾਕ ਦਿਨ ਸੀ। ਭਾਰਤੀ ਜਨਤਾ ਪਾਰਟੀ ਨੇ ਪਿਛਲੇ ਕੱਲ ਜਿਸ ਤਰੀਕੇ ਨਾਲ ਪੂਰੀ ਕਾਨੂੰਨੀ ਪ੍ਰਕਿਰਿਆ ਵਿੱਚ ਅੜੰਗੇਬਾਜ਼ੀ ਕੀਤੀ, ਦਖਲਅੰਦਾਜ਼ੀ ਕੀਤੀ, ਤਾਨਾਸ਼ਾਹੀ ਰਵੱਈਆ, ਸੱਤਾ ਦੇ ਹੰਕਾਰ 'ਚ ਪੰਜਾਬ ਪੁਲਿਸ ਜਿਹੜਾ ਇੱਕ ਪ੍ਰੋਪਰ ਪ੍ਰੋਸੀਜਰ ਦੇ ਰਾਹੀਂ ਇੱਕ ਹੈਬਚੁਅਲ ਆਫੈਂਡਰ ਨੂੰ ਲੈ ਕੇ ਆ ਰਹੀ ਸੀ, ਉਹਨੂੰ ਛੜਾ ਕੇ ਲੈ ਜਾਂਦੀ ਹੈ ਔਰ ਆਫੀਸਰ ਸਾਹਿਬਾਨਾਂ ਤੇ ਕਾਰਵਾਈ ਕਰਦੀ ਆ। ਅੱਜ ਸਾਰਾ ਦੇਸ਼ ਭਾਰਤੀ ਜਨਤਾ ਪਾਰਟੀ ਦੀ ਇਸ ਸ਼ਰਮਨਾਕ ਕਰਤੂਤ ਤੇ, ਅਮਿਤ ਸ਼ਾਹ ਜੀ ਦੇ ਇਸ਼ਾਰੇ ਤੇ, ਹਰਿਆਣਾ ਔਰ ਦਿੱਲੀ ਪੁਲਿਸ ਦੇ ਸ਼ਰਮਨਾਕ ਕਾਰੇ ਤੇ ਤਰਾਹੀ ਤਰਾਹੀ ਕਰ ਰਿਹਾ, ਥੂ ਥੂ ਕਰ ਰਿਹਾ ਹੈ। ਔਰ ਇਹ ਮੁਲਕ ਜਿਹੜਾ ਆ ਇਹ ਬਾਬਾ ਸਾਹਿਬ ਅੰਬੇਡਕਰ ਜੀ ਦੇ ਸੰਵਿਧਾਨ ਦੇ ਹਿਸਾਬ ਨਾਲ ਚੱਲੂਗਾ। ਬੀਜੇਪੀ ਦੇ ਇਸ ਤਾਨਾਸ਼ਾਹੀ ਰਵੱਈਏ ਨਾਲ, ਕਾਨੂੰਨ ਦੀਆਂ ਧੱਜੀਆਂ ਉਡਾਉਣ ਵਾਲੇ ਇਸ ਰਵੱਈਏ ਨਾਲ ਮੁਲਕ ਨਹੀਂ ਚੱਲੂਗਾ। ਔਰ ਅਸੀਂ ਮਾਣਯੋਗ ਹਾਈ ਕੋਰਟ 'ਚ ਇਸ ਗੱਲ ਦੀ ਅਪੀਲ ਕੀਤੀ ਹੈ ਕਿ ਜਿਸ ਤਰੀਕੇ ਨਾਲ ਭਾਰਤੀ ਜਨਤਾ ਪਾਰਟੀ ਦੇ ਨੈਸ਼ਨਲ ਲੀਡਰ ਔਰ ਦੇਸ਼ ਦੇ ਹੋਮ ਮਿਨਿਸਟਰ ਦੇ ਇਸ਼ਾਰੇ ਤੇ ਕੱਲ ਹਰਿਆਣਾ ਔਰ ਦਿੱਲੀ ਦੀ ਪੁਲਿਸ ਨੇ ਪੰਜਾਬ ਪੁਲਿਸ ਦੀ ਕਾਰਵਾਈ 'ਚ ਦਖਲਅੰਦਾਜ਼ੀ ਕੀਤੀ ਹੈ, ਇਹਦੇ ਤੇ ਇਮੀਡੀਏਟਲੀ ਮਾਣਯੋਗ ਜਿਹੜਾ ਸਾਡੀ ਅਦਾਲਤ ਹੈ, ਸਤਿਕਾਰਿਤ ਹਾਈ ਕੋਰਟ, ਉਹ ਦਖਲਅੰਦਾਜ਼ੀ ਦੇਵੇ ਔਰ ਇਸ ਤਾਨਾਸ਼ਾਹੀ ਅਹੰਕਾਰੀ ਦੇਸ਼ ਦੀ ਸਰਕਾਰ ਨੂੰ, ਗੁੰਡੇ ਫਸਾਦ ਕਰਾਉਣ ਵਾਲੀ ਭਾਰਤੀ ਜਨਤਾ ਪਾਰਟੀ ਨੂੰ ਇਸ ਗੱਲ ਦਾ ਸਬਕ ਸਿਖਾਵੇ ਕਿ ਇਹ ਦੇਸ਼ ਜਿਹੜਾ ਆ ਕਾਨੂੰਨ ਨਾਲ, ਸੰਵਿਧਾਨ ਨਾਲ ਔਰ ਅਕੋਰਡਿੰਗ ਟੂ ਲਾਅ ਚੱਲੂਗਾ, ਨਾ ਕਿ ਇਸ ਤਰ੍ਹਾਂ ਤਾਨਾਸ਼ਾਹੀ ਔਰ ਗੁੰਡਾਗਰਦੀ ਨਾਲ। ਔਰ ਇੱਕ ਗੱਲ ਇਹਦੇ 'ਚ ਮੈਂ ਹੋਰ ਜੋੜਨਾ ਚਾਹੁੰਦਾ, ਹਾਸੋਹੀਣੀ ਗੱਲ ਹੋ ਜਾਂਦੀ ਜਦੋਂ ਕਾਂਗਰਸ ਵੀ ਇਸ ਬਦਮਾਸ਼ ਦੇ ਫੇਵਰ 'ਚ ਆ ਕੇ, ਕਾਂਗਰਸ ਦੇ ਲੀਡਰ, ਇਹੀ ਬਦਮਾਸ਼, ਇਹੀ ਜਿਹੜਾ ਹੈਬਚੁਅਲ ਆਫੈਂਡਰ ਹੈ, ਦੰਗੇ ਫਸਾਦ ਕਰਾਉਣ ਲਈ ਜਾਣਿਆ ਜਾਂਦਾ ਤਜਿੰਦਰ ਬੱਗਾ, ਕਾਂਗਰਸ ਦੀ ਨੈਸ਼ਨਲ ਪ੍ਰੈਜ਼ੀਡੈਂਟ ਸੋਨੀਆ ਗਾਂਧੀ ਜੀ ਨੂੰ ਵੀ ਬਾਰ ਡਾਂਸਰ ਦੇ ਨਾਂ ਤੇ ਸੰਬੋਧਨ ਕਰਦਾ ਰਿਹਾ ਹੈ। ਔਰ ਇਸ ਤੋਂ ਸਾਬਿਤ ਹੋ ਜਾਂਦਾ ਹੈ
कि भारतीय जनता पार्टी और कांग्रेस इक्को सिक्के दे दो पहलू है और ये दोनों पार्टियां देश के कानून दियां संविधान दियां जदों भी सत्ता च आउंदे धज्जियां उड़ाउंदे आ, लेकिन इस देश मानयोग अदालतां इस देश के लोग इन्हां दी तानाशाही देख रहे हैं, वो बर्दाश्त नहीं किया जाऊगा। तुहाडा कोई सवाल होवे तो तुसीं कर सकते हो। ਤੁਸੀਂ ਅਮਿਤ ਸ਼ਾਹ पर डायरेक्ट आरोप लगा रहे, कोई तथ्य है कि किस तरीके ਦੇ ਨਾਲ ਉਹਨਾਂ ਦੇ ਇਸ਼ਾਰੇ ਤੇ ਇਹ ਸਭ ਕੁਝ ਹੋਇਆ? दिल्ली पुलिस जिहड़ी है वो सेंटर सरकार के अंडर है, होम मिनिस्ट्री के अंडर है। जनकपुरी पुलिस स्टेशन च जदों पंजाब पुलिस के ऑफिसर साहबान इन्फॉर्म करन जांदे आ, CRPC च एक नियम है, अकॉर्डिंग टू सैक्शन 76 लोकल पुलिस नूं इन्फॉर्म करना हुंदा है। उत्थे दिल्ली पुलिस एक ऐसा कारनामा करती है जिहड़ी होम मिनिस्टर अमित शाह जी की डायरैक्शन ते चलती है कि साडे पुलिस के ऑफिसर नूं डिटेन कर लैंदी है एक गुंडे बदमाश नूं छुड़ाउण वास्ते। और बीजेपी का जी असली चेहरा, क्योंकि तुसी पिछले दिनों च भी देखा है जिहड़े बीजेपी के लीडरां ने इलैक्टेड मुख्यमंत्री के घर जाके तोड़-फोड़ की है, जिहड़े बीजेपी के गुंडे बदमाश बीजेपी के लीडरां की अगवाई च दिल्ली के ऑनरेबल डिप्टी CM के घर तोड़-फोड़ करते हैं, उन्होंने भारतीय जनता पार्टी स्टेज पर सद के सन्मानित करती है। ये भारतीय जनता पार्टी का असली किरदार है। FIR च लिखा है, देखो ये जिहड़ा बग्गा आया ये कोई पहला ऑफेंस नहीं है था, ये 2011 तो लैके 20 तो वध मुकदमे अड सूबिया छत्तीसगढ़ दिल्ली च कई मुकदमे चल रहे हैं, मेरे को डिटेल है पूरी, वैस्ट बंगाल च। और जिथे जिथे भी ये बंदा जदों भी जबान खोलता है समाज अग लाउण दा काम करता है। इस तरह के एंटी सोशल एलीमेंट्स नूं कानून के हिसाब नाल सज़ा मिलनी चाहिए है। और अफसोस नाल मैनूं कह रहा देश की सरकार इहो जिहे एंटी सोशल एलीमेंट, और एक पासे देश महंगाई की मार हेठां है, देश बेरोजगारी इतिहास सब तो निचले दर ते आ गई है, सारा नौजवान बेरोजगार हो गया, हाईएस्ट रेट हो गया बेरोजगारी का, ते देश की सरकार मुद्दों नूं एड्रैस करने की बजाय इहो जिहे एंटी सोशल एलीमेंट्स के हक च आके पूरे देश का जिहड़ा माहौल खराब करने की कोशिश कर रही है। तेजिंदरपाल बग्गा ਨੂੰ ਲੈ ਕੇ ਸਿਆਸੀ ਬਵਾਲ ਲਗਾਤਾਰ ਜਾਰੀ ਹੈ। ਬੱਗਾ ਨੂੰ ਗ੍ਰਿਫਤਾਰ ਕਰਨ ਪਹੁੰਚੇ ਡੀਐਸਪੀ KS ਸੰਧੂ ਤੇ ਮਨਜਿੰਦਰ ਸਿਰਸਾ ਨੇ ਗੰਭੀਰ ਇਲਜ਼ਾਮ ਲਗਾਏ ਨੇ। ਡੀਐਸਪੀ ਕੁਲਜਿੰਦਰ ਨੂੰ ਇੱਕ ਡਿਫਾਲਟਰ ਪੁਲਿਸ ਅਧਿਕਾਰੀ ਕਰਾਰ ਦਿੱਤਾ ਹੈ। ਕੁਲਜਿੰਦਰ ਦੇ ਅਪਰਾਧੀਆਂ ਨਾਲ ਸਬੰਧ ਨੇ, ਇਹ ਮਨਜਿੰਦਰ ਸਿਰਸਾ ਦਾ ਇਲਜ਼ਾਮ ਹੈ। ਨਾਲ ਇਹ ਵੀ ਕਿਹਾ ਹੈ ਕਿ ਡੀਐਸਪੀ ਨੂੰ ਨਸ਼ਾ ਤਸਕਰਾਂ ਦੀ ਵੀ ਸਰਪ੍ਰਸਤੀ ਹਾਸਲ ਹੈ। ਇਸ ਡੀਐਸਪੀ ਦੇ ਭੋਲਾ ਡਰੱਗ ਕੇਸ ਦੇ ਮੁਲਜ਼ਮ ਸਰਬਜੀਤ ਨਾਲ ਵੀ ਸਬੰਧ ਨੇ। डीएसपी कुलजिंदर बर्खास्त एसआई सरबजीत दा करीबी है। मनजिंदर सिरसा ने एक गंभीर इल्जाम लगाए ने पंजाब पुलिस के डीएसपी ते जो तेजिंदरपाल बग्गा नूं दिल्ली गिरफ्तार करने दे लई पहुंचे सी। ਇਹ ਡੀਐਸਪੀ ਆ ਜਿਹੜਾ ਤੇਜਿੰਦਰ ਬੱਗੇ ਨੂੰ ਕੱਲ ਅਰੈਸਟ ਕਰਨ ਆਇਆ ਸੀ। ਪਹਿਲਾਂ ਇਹ ਕੁਲਜਿੰਦਰ ਸਿੰਘ ਸੀ, ਹੁਣ ਇਹ KS ਸੰਧੂ ਬਣ ਗਿਆ ਹੈ। ਕਿਉਂ ਬਣ ਗਿਆ ਕੁਲਜਿੰਦਰ ਸਿੰਘ ਤੋਂ KS ਸੰਧੂ? ਕਿਉਂਕਿ ਇਹ ਉਹੀ ਡੀਐਸਪੀ ਆ ਜਿਸ ਨੂੰ ਸਰਬਜੀਤ ਸਿੰਘ ਜੋ ਸਭ ਤੋਂ ਵੱਡਾ ਡਰੱਗ ਲੌਰਡ ਆ, ਜੋ ਅੱਜ ਕੱਲ ਪੰਜਾਬ ਪੁਲਿਸ ਦੀ ਗ੍ਰਿਫਤ ਅੰਦਰ ਆ। ਜਦੋਂ ਚੱਤੋਪਾਧਿਆ ਦੀ ਮੀਟਿੰਗ ਦੀ ਆਡੀਓ ਰਿਲੀਜ਼ ਹੋਈ, ਜਿਸ ਡੀਐਸਪੀ ਨੂੰ ਲਵਾਉਣ ਦੀਆਂ ਗੱਲਾਂ ਹੋ ਰਹੀਆਂ ਸੀ, ਉਹ ਇਹੀ ਡੀਐਸਪੀ ਜਿਹਨੂੰ ਕਿਹਾ ਜਾ ਰਿਹਾ ਸੀ ਕਿ ਇਹ ਕੁਲਜਿੰਦਰ ਸਿੰਘ ਡੀਐਸਪੀ ਪੱਟੀ, ਇਹਨੂੰ ਮੋਹਾਲੀ ਲੈ ਕੇ ਆਵਾਂਗੇ ਔਰ ਇਹ ਸੇਫ ਹਾਊਸ ਅੰਦਰ ਲੋਕਾਂ ਨੂੰ ਅਰੈਸਟ ਕਰਕੇ ਲੈ ਕੇ ਆਊਗਾ ਔਰ RDX ਆਊਗਾ ਔਰ ਮੋਦੀ ਦੀਆਂ ਅੱਖਾਂ ਖੁੱਲ ਜਾਣਗੀਆਂ। ਇਹ ਮੋਦੀਆਂ ਅੱਖਾਂ ਖੋਲਣ ਵਾਸਤੇ ਜਿਹੜਾ ਬੰਦਾ ਲੈ ਕੇ ਆਂਦਾ ਸੀਗਾ, ਜੋ ਤੇਜਿੰਦਰ ਬੱਗੇ ਨੂੰ ਅਰੈਸਟ ਕਰਨ ਵਾਸਤੇ ਲੈ ਕੇ ਆਂਦਾ, ਦੇਸ਼ ਦਰੋਹੀ ਆਤੰਕੀਆਂ ਦਾ ਸਾਥ ਦੇਣ ਵਾਲਾ ਡਰੱਗ ਲੌਰਡ, ਇਹ ਕੁਲਜਿੰਦਰ ਸਿੰਘ ਜੀ ਨੇ ਆਪਣਾ ਨਾਮ ਬਦਲ ਲਿਆ। ਨਾਮ ਬਦਲ ਦੇ ਨਾਲ ਤੁਹਾਡਾ ਪਿਛੋਕੜ ਨਹੀਂ ਬਦਲ ਜਾਂਦਾ। ਇਹ ਕੁਲਜਿੰਦਰ ਸਿੰਘ KS ਸੰਧੂ ਆ। ਭਗਵੰਤ ਮਾਨ ਜੀ, ਅਰਵਿੰਦ ਕੇਜਰੀਵਾਲ ਜੀ, ਮੈਂ ਤੁਹਾਨੂੰ ਪੁੱਛਣਾ ਚਾਹੁੰਦਾ ਹਾਂ, ਕਿਉਂ ਤੁਹਾਡਾ ਡਰੱਗ ਤਸਕਰ DSP ਨਾਲ ਵਾਸਤਾ ਹੈ? क्यों तुहाडा आतंकियों और RDX के साथ देने वाले DSP नाल वास्ता है? तुसी ओही रस्ता अडॉप्ट कर रहे जो मैं बार बार कह रही थी 1980 वाला। तुसी पुलिस नूं लिया के इनकाउंटर करवाने, बंदे मरवाने और RDX कल पकड़िया गया। अरविंद केजरीवाल जवाब देवे, भगवंत मान जी जे मैं गलत हाँ तो पंजाब के लोगों को जवाब दिओ कि कुलजिंदर सिंह ओही KS संधू नहीं, ओही पट्टी वाला DSP नहीं,
ਜਿਹਦੀ ਆਡੀਓ ਰਿਲੀਜ਼ ਹੋਈ ਸੀ ਔਰ ਅੱਜ ਵੀ ਆਪਣੀ ਕੁਰਸੀ ਤੇ ਬੈਠਾ ਹੈ। ਇਹਦਾ ਮਤਲਬ ਤੁਹਾਡੇ ਆਤੰਕੀਆਂ ਨਾਲ ਔਰ ਡਰਗ ਲਾਰਡ ਨਾਲ ਵਾਸਤਾ ਹੈ। ਇਸ ਬੜਾ ਸਪਸ਼ਟ ਕਰਦਾ ਅਰਵਿੰਦ ਕੇਜਰੀਵਾਲ ਜੀ, ਤੁਸੀਂ ਡਰਗ ਲਾਰਡ ਔਰ ਆਤੰਕੀਆਂ ਦਾ ਸਾਥ ਦਿਓ। ਇੱਕ ਛੋਟੇ ਜਿਹੇ ਬ੍ਰੇਕ ਦੇ ਲਈ ਰੁਕਦੇ ਹਾਂ।